ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਨੇ ਜੋ ਪਿਛਲੇਰੀਆਂ ਵਿਚਾਰਾਂ ਕੀਤੀਆਂ ਨੇ ਦਾਸ ਵੱਲੋਂ, ਗੁਰੂ ਸਾਹਿਬ ਜੀ ਦੇ ਸ਼ਬਦਾਂ ਦੀਆਂ ਆਪ ਸਭ ਸੰਗਤਾਂ ਨੇ ਬੜੇ ਹੀ ਧਿਆਨ ਦੇ ਨਾਲ ਸੁਣ ਰਹੇ ਹੋ ਤੇ ਸਮਝ ਰਹੇ ਹੋ। ਕੁਝ ਕੁ ਵੀਰਾਂ ਦੇ ਭੈਣਾਂ ਦੇ ਫੋਨ ਵੀ ਆਉਂਦੇ ਨੇ, ਵਿਚਾਰ ਵੀ ਕਰਦੇ ਨੇ। ਜੋ ਕੋਈ ਗੱਲ ਕਈ ਵਾਰੀ ਸਮਝ ਨਹੀਂ ਵੀ ਲੱਗਦੀ ਹੁੰਦੀ ਤਾਂ ਪੁੱਛ ਲੈਣਾ ਚਾਹੀਦਾ ਹੈ, ਇਹਦੇ ਵਿੱਚ ਕੋਈ ਵੀ ਹਰਜ ਨਹੀਂ ਹੁੰਦਾ। ਸੋ ਉਸੇ ਤਰ੍ਹਾਂ ਹੀ ਪਿਛਲੇ ਦਿਨਾਂ ਦੀਆਂ ਵਿਚਾਰਾਂ ਤਰ੍ਹਾਂ ਹੀ ਅੱਜ ਵੀ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਗੁਰੂ ਸਾਹਿਬ ਦੇ ਬਚਨਾਂ ਦੀ ਵਿਚਾਰ ਲੈ ਕੇ ਹਾਜ਼ਰ ਹੋਏ ਹਾਂ। ਸਤਿਗੁਰੂ ਅੱਜ ਦੇ ਪਾਵਨ ਮੁੱਖ ਵਾਕ ਦੇ ਅੰਦਰ ਸਾਨੂੰ ਇਹੋ ਸਮਝਾਉਣ ਦਾ ਯਤਨ ਕਰਦੇ ਨੇ ਕਿ ਹੇ ਮਨੁੱਖਾ, ਜਿਹੜੇ ਬਾਹਰਲੇ ਸਾਡੇ ਕਰਮਕਾਂਡ ਨੇ, ਪਹਿਰਾਵੇ ਨੇ, ਉਹ ਇੱਕ ਅਲੱਗਾ ਚੀਜ਼ ਹੈ, ਪਰ ਜਿਹੜੇ ਮਨ ਦੀ ਗੱਲ ਹੈ, ਜਿਹੜਾ ਕੁਝ ਤੇਰੇ ਮਨ ਦੇ ਵਿੱਚ ਪਿਆ ਹੈ ਨਾ, ਸਜਾਵਟ ਤੂੰ ਮਨ ਦੀ ਕਰਨੀ ਹੈ, ਧਰਮੀ ਤੇਰੇ ਮਨ ਨੇ ਬਣਨਾ, ਪਰ ਤੂੰ ਸਾਰਾ ਜ਼ੋਰ ਤੇਰਾ ਹੈ ਉਹ ਪਿੰਡੇ ਤੇ ਲੱਗਿਆ ਹੋਇਆ। ਗੁਰਬਾਣੀ ਸੇਜ਼ your mind will become religious, not your body. If you want to make your body religious, if you want to decorate it with religious symbols, then another part of this, you have to decorate your mind with Rabbi Gun, God's quality, which told us by Guru Nanak Sahib in the form of ਮੂਲ ਮੰਤਰ। ਜਿਹੜੇ ਮੂਲ ਮੰਤਰ ਦੇ ਵਿੱਚ ਗੁਰੂ ਸਾਹਿਬ ਨੇ ਰੱਬੀ ਗੁਣ ਦੱਸੇ ਨੇ, ਉਹਨਾਂ ਦੇ ਨਾਲ ਆਪਣੇ ਮਨ ਦਾ ਸ਼ਿੰਗਾਰ ਕਰਨਾ ਹੈ, ਉਹਨਾਂ ਦੇ ਨਾਲ ਆਪਣੇ ਮਨ ਨੂੰ ਡੈਕੋਰੇਟ ਕਰਨਾ ਹੈ, ਨਾ ਕਿ ਸਿਰਫ ਬਾਹਰ ਵਾਲੇ ਪਾਸੇ ਹੀ ਆਪਾਂ ਜ਼ੋਰ ਲਾਈ ਰੱਖਣਾ ਸਾਰਾ। ਸੋ ਸਤਿਗੁਰੂ ਅੱਜ ਦੇ ਪਾਵਨ ਮੁੱਖ ਵਾਕ ਦੇ ਵਿੱਚ ਇਹੀ ਸਮਝਾਉਣਾ ਦਾ ਯਤਨ ਕਰਦੇ ਨੇ ਕਿ ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘਟ ਚੂੜੀ। ਸਤਿਗੁਰੂ ਇਹੋ ਗੱਲ ਸਾਨੂੰ ਸਮਝਾਉਂਦੇ ਨੇ ਕਿ ਜਿਹੜੀ ਸਾਡੀ ਕਬੁੱਧ ਹੈ, ਭਾਵ ਕਿ ਮਾੜੀ ਬੁੱਧੀ ਹੈ, ਅਬ ਬੈਡ ਥਾਟਸ, ਜਿਹੜੇ ਬੈਡ ਥਾਟਸ ਨੇ, ਮਾੜੀ ਬੁੱਧੀ ਹੈ, ਉਹ ਕੀ ਹੈ? ਕਬੁੱਧ ਡੂਮਣੀ। ਹੇ ਇਨਸਾਨ, ਤੂੰ ਬਾਹਰਲੇ ਇਨਸਾਨਾਂ ਨੂੰ ਤਾਂ ਜਾਤਾਂ ਦੇ ਨਾਲ, ਉਹਨਾਂ ਨੂੰ ਜਾਤਾਂ ਪਾਤਾਂ ਦੇ ਵਿੱਚ ਵੰਡ ਕੇ ਉਹਨਾਂ ਨੂੰ ਜਾਤਾਂ ਦੇ ਨਾਲ ਬੁਲਾਉਣਾ ਹੈ, ਉਹਨੂੰ ਡੂਮ ਕਹਿਣਾ ਹੈ, ਮਾੜਾ ਕਹਿਣਾ, ਮਿਰਾਸੀ ਕਹਿਣਾ ਹੈ, ਮਾੜਾ ਕਹਿਣਾ ਹੈ। ਕਿਸੇ ਨੂੰ ਤੂੰ ਚੂੜਾ ਆਖਦਾ ਹੈ ਤੇ ਕਿਸੇ ਨੂੰ ਤੂੰ ਸ਼ੂਦਰ, ਨੀਵਾ, ਮਾੜਾ ਆਖਦਾ ਹੈ। ਸੰਬੋਧਨ ਇਹ ਚੀਜ਼ਾਂ ਕਰਕੇ ਕਰਦਾ ਹੈ। ਗੁਰੂ ਸਾਹਿਬ ਜੀ ਉਸ ਸਿਸਟਮ ਦੇ ਉੱਤੇ ਚੋਟ ਮਾਰਦੇ ਹੋਏ ਇੱਕੋ ਗੱਲ ਸਮਝਾਉਂਦੇ ਨੇ ਕਿ ਹੇ ਭਲਿਆ, ਤੂੰ ਆਪਣੇ ਆਪ ਨੂੰ ਸੁਪੀਰੀਅਰ ਦੱਸਣਾ ਚਾਹੁੰਦਾ ਹੈ। ਯੂ ਵਾਂਟ ਟੂ ਰਿਪਰੈਜ਼ੈਂਟ ਇਨ front of world, you are a superior. Guru Sahib says you are not a superior guy. If you really want to become superior, then you will have to make your mind calm with the quality of God. ਜਿਹੜੀਆਂ ਰੱਬ ਦੀਆਂ ਕੁਆਲਿਟੀਜ਼ ਨੇ, ਉਹਨੂੰ ਗ੍ਰਹਿਣ ਕਰਕੇ, ਉਹਨੂੰ ਧਾਰਨ ਕਰਕੇ ਆਪਣੇ ਮਾਈਂਡ ਨੂੰ ਪਹਿਲਾਂ ਤਾਂ ਸ਼ਾਂਤ ਕਰਨਾ ਚਾਹੀਦਾ ਤੈਨੂੰ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਕਹਿੰਦੇ ਨੇ, ਤੂੰ ਹੋਰਨਾਂ ਨੂੰ ਤਾਂ ਟਾਂਚ ਕਰਦਾ ਹੈ, ਪਰ ਤੇਰੇ ਅੰਦਰ ਜਿਹੜੀ ਮਾੜੀ ਬੁੱਧ ਬੈਠੀ ਹੈ, ਉਹ ਡੂਮਣੀ ਹੈ, ਉਹਨੂੰ ਕਿੱਥੇ ਲੈ ਕੇ ਜਾਏਗਾ? your bad thoughts, where you wash it, when you wash it। ਗੁਰੂ ਸਾਹਿਬ ਕਹਿੰਦੇ ਨੇ, ਕਬੁੱਧ ਡੂਮਣੀ ਕੁਦਇਆ ਕੁਸੈਣ। ਜਿਹੜੀ ਕੁਦਇਆ ਹੈ ਨਾ ਤੇਰੇ ਅੰਦਰ, ਦਇਆ ਨਾਮ ਦਾ ਕੋਈ ਚੀਜ਼ ਨਹੀਂ, ਕੋਈ ਅੰਸ਼ ਨਹੀਂ ਦਇਆ ਨਾਮ ਦਾ, ਕਿਸੇ ਤੇ ਤੂੰ ਦਇਆ ਨਹੀਂ ਕਰਦਾ, ਸਿਰਫ ਤੇ ਸਿਰਫ ਆਪਣੀ ਹੀ ਚਲਾਉਣ ਦਾ ਯਤਨ ਕਰਦਾ ਹੈ, ਸਿਰਫ ਡਿਕਟੇਟਰਸ਼ਿਪ ਦੇ ਵਿੱਚ ਹੀ ਵਿਸ਼ਵਾਸ ਰੱਖਦਾ ਕਿ ਮੇਰੀ ਚੱਲੇ, ਹੋਰ ਕਿਸੇ ਦੀ ਨਾ ਚੱਲੇ। ਕੁਦਇਆ ਕਸਾਇਣ, ਜਿਹੜੀ ਤੇਰੀ ਕੁਦਇਆ ਹੈ ਨਾ, ਉਹ ਕਸੈਣ ਹੈ। ਬਾਹਰਲੇ ਕਸਾਈ ਨੂੰ ਤਾਂ ਵੇਖ ਕੇ ਤੂੰ ਨੱਕ ਦੇ ਉੱਤੇ ਹੱਥ ਧਰ ਲੈਂਦਾ ਹੈ। You cover the face when you pass the shop of a meat। ਮੀਟ ਸ਼ਾਪ ਦੇ ਕੋਲੋਂ ਲੰਘਦਾ ਤੇ ਕਸਾਈ ਦੀ ਦੁਕਾਨ ਨੂੰ ਇਹ ਕਹਿਣਾ ਵੀ ਇੱਥੇ ਤਾਂ ਮੁਸ਼ਕ ਆਉਂਦੀ ਹੈ, ਕਸਾਈ ਹੈ, ਜਲਾਦ ਹੈ,
ਪਰ ਜਦੋਂ ਤੇਰੀ ਆਪ ਦੀ ਜਿਹੜੀ ਮੱਤ ਹੈ ਉਹ ਉਵੇਂ ਦੀ ਹੋਈ ਪਈ ਹੈ, ਲੋਕਾਂ ਦਾ ਪਰਾਇਆਂ ਦਾ ਹੱਕ ਖਾਂਦੀ ਹੈ ਪਰਾਇਆ, ਤੇ ਉਦੋਂ ਕੀ ਸੋਚਦਾ ਤੂੰ? ਸਤਿਗੁਰੂ ਇਹੋ ਗੱਲ ਸਮਝਾਉਂਦੇ ਨੇ, ਕਬੁੱਧ ਡੂਮਣੀ ਕੁਦਇਆ ਕੁਸੈਣ, ਪਰ ਨਿੰਦਾ ਘਟ ਚੂੜੀ। ਜਿਹੜੀ ਪਰਾਈ ਨਿੰਦਾ ਹੈ ਨਾ ਤੇਰੇ ਅੰਦਰ, when you says he is a bad, she is a bad, he is a low caste, he is a upper caste, always you define people by caste, always you define people by their karma, by their works, by their jobs, not by their humanity। ਗੁਰੂ ਸਾਹਿਬ ਇਹੋ ਗੱਲ ਸਮਝਾਉਣ ਦਾ ਯਤਨ ਕਰਦੇ ਨੇ, ਤੇਰੇ ਅੰਦਰ ਹੀ ਸਭ ਕੁਝ ਬੈਠਾ ਹੈ, ਪਹਿਲਾਂ ਇਹਨੂੰ ਤਾਂ ਮਾਰ ਲੈ ਭਲਿਆ, ਬਾਹਰਲਿਆਂ ਨੂੰ ਬਾਅਦ ਦੇ ਵਿੱਚ ਕਹਿ ਲਈ। ਕਬੁੱਧ ਡੂਮਣੀ ਕੁਦਇਆ ਕੁਸੈਣ, ਪਰ ਨਿੰਦਾ ਘਟ ਚੂੜੀ। ਜਿਹੜੀ ਪਰਾਈ ਨਿੰਦਾ ਹੈ ਤੇਰੇ ਅੰਦਰ ਉਹ ਚੂੜੀ ਬਣ ਕੇ ਬੈਠੀ ਹੈ। ਤੂੰ ਬਾਹਰਲਿਆਂ ਨੂੰ ਤਾਂ ਚੂੜਾ ਆਖ ਲਏਗਾ, ਪਰ ਜਿਹੜੀ ਤੇਰੇ ਅੰਦਰ ਚੂੜੀ ਬੈਠੀ ਹੈ ਪਹਿਲਾਂ ਉਹਨੂੰ ਤਾਂ ਨਿਵਾਰ ਲੈ। ਗੁਰੂ ਸਾਹਿਬ ਇਹੋ ਗੱਲ ਆਖਦੇ ਨੇ ਕਿ ਹੇ ਪੰਡਤ, ਆਪਣਾ ਕ੍ਰੋਧ ਨਿਵਾਰ ਪੰਡਤ। ਜਿਹੜਾ ਤੇਰੇ ਅੰਦਰ ਕ੍ਰੋਧ ਬੈਠਾ ਹੈ, which you have anger inside yourself, when will you calm it? ਕਦੋਂ ਇਹਨੂੰ ਸ਼ਾਂਤ ਕਰੇਗਾ? ਕਦੋਂ ਲੋਕਾਂ ਨੂੰ ਧਰਮ ਦੇ ਜੂਲੇ ਦੇ ਵਿੱਚੋਂ ਕੱਢੇਗਾ? ਕਦੋਂ ਲੋਕਾਂ ਨੂੰ ਅਸਲੀ ਰੱਬ ਦੀ ਗੱਲ ਦੱਸੇਗਾ? ਗੁਰੂ ਸਾਹਿਬ ਅੱਜ ਦੇ ਪਾਵਨ ਮੁੱਖ ਵਾਕ ਦੇ ਵਿੱਚ ਇਹੋ ਗੱਲ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਕਿ ਜਿਹੜਾ ਕੁਝ ਤੇਰੇ ਅੰਦਰ ਬੈਠਾ ਹੈ ਨਾ, ਅੰਦਰ ਬੈਠਾ ਹੈ, ਉਹਦੇ ਨਾਲ ਕਾਰਾਂ ਕੱਢੀਆਂ ਦੇ ਨਾਲ ਕੋਈ ਫਾਇਦਾ ਨਹੀਂ। there is no benefit to make a line, to make a boundary towards your kitchen। ਤੇਰੇ ਕਿਚਨ, ਤੂੰ ਜਿੱਥੇ ਫੂਡ ਪ੍ਰਪੇਅਰ ਕਰਨਾ ਹੈ, ਜਿੱਥੇ ਤੂੰ ਆਪਣਾ ਭੋਜਨ ਪਕਾਉਣਾ ਹੈ, ਉਹਦੇ ਦੁਆਲੇ ਜਿਹੜੀ ਬਾਉਂਡਰੀ ਬਣਾਉਣਾ ਹੈ, ਬਾਉਂਡਰੀ ਤਿਆਰ ਕਰਦਾ ਹੈ, ਕਾਰਾਂ ਤਿਆਰ ਕਰਦਾ ਹੈ, ਗੁਰੂ ਸਾਹਿਬ ਕਹਿੰਦੇ ਉਹਦਾ ਕੀ ਫਾਇਦਾ? ਕਾਰੀ ਕੱਢੀ ਕਿਆ ਥੀ ਹੈ ਜੋ ਚਾਰੇ ਬੈਠੀਆਂ ਨਾਲ, ਕਹਿੰਦਾ ਤੇਰੇ ਅੰਦਰ ਹੀ ਚਾਰੇ ਬੈਠੀਆਂ ਨੇ, ਜਿਨ੍ਹਾਂ ਨੂੰ ਤੂੰ ਮਾੜਾ ਆਖਦਾ ਸਭ ਤੋਂ ਮਾੜੀਆਂ ਤਾਂ ਉਹ ਨੇ। ਬਾਹਰਲੇ ਤਾਂ ਸਿਰਫ ਨਾਵਾਂ ਦੇ ਨੇ, ਪਰ ਜਿਹੜੇ ਤੇਰੇ ਅੰਦਰ ਬੈਠੇ ਨੇ ਨਾ, ਸਭ ਤੋਂ ਵੱਡੇ ਦੁਸ਼ਮਣ ਤਾਂ ਇਹੋ ਨੇ ਤੇਰੇ। ਸਭ ਤੋਂ ਮਾੜੇ ਇਹ ਨੇ ਜਿਹੜੇ ਅੰਦਰ ਚੱਕੀ ਫਿਰਦਾ। ਕਾਰੀ ਕੱਢੀ ਕਿਆ ਥੀ ਹੈ ਜੋ ਚਾਰੇ ਬੈਠੀਆਂ ਨਾਲ, ਸੱਚ ਸੰਜਮ ਕਰਨੀ ਕਾਰਾਂ, ਨਾਵਣ ਨਾਓ ਜਪੇਹੀ। ਗੁਰੂ ਸਾਹਿਬ ਕਹਿੰਦੇ ਨੇ, ਹੇ ਭਲਿਆ, ਜੇ ਤੂੰ ਆਪਣੇ ਆਪ ਨੂੰ ਇਨਸਾਨ ਕਹਿਣਾ, ਇਫ ਯੂ ਵਾਂਟ ਟੂ ਬਿਕਮ ਸੁਪੀਰੀਅਰ, ਜੇ ਵਧੀਆ ਇਨਸਾਨ ਬਣਨਾ ਚਾਹੁੰਦਾ ਹੈ, ਵਧੀਆ ਕੁਆਲਿਟੀ ਦਾ, ਜਿਵੇਂ ਦਾ ਤੈਨੂੰ ਰੱਬ ਨੇ ਭੇਜਿਆ ਸੀ ਉਵੇਂ ਦਾ ਬਣ ਕੇ ਰਹਿਣਾ ਚਾਹੁੰਦਾ, ਤਾਂ ਤੈਨੂੰ ਕੀ ਕਰਨਾ ਪਏਗਾ? ਜਿਹੜੇ ਉਹ ਕਾਰਾਂ ਨੇ, ਸੱਚ ਸੰਜਮ ਕਰਨੀ ਕਾਰਾਂ, ਜਿਹੜੇ ਸੰਜਮ ਦੇ ਨਾਲ, ਸੱਚ ਦੇ ਨਾਲ ਆਪਣੀ ਜ਼ਿੰਦਗੀ ਨੂੰ, ਜ਼ਿੰਦਗੀ ਦੀਆਂ ਜਿਹੜੀਆਂ ਕਾਰਾਂ ਨੇ ਉਹ ਕੱਢਣੀਆਂ ਪੈਣਗੀਆਂ, ਤੇ ਆਪਣੀ ਜਿਹੜੀ ਚੰਗਾ ਉੱਚਾ ਆਚਰਣ ਹੈ ਉਹਦੀਆਂ ਕਾਰਾਂ ਵੱਲ ਹੈ। ਬਾਹਰਲੀਆਂ ਕਾਰਾਂ ਨਾ ਕੱਢ, ਬਾਹਰਲੀਆਂ ਲਕੀਰਾਂ ਨਾ ਕੱਢ, ਆਪਣੇ ਸੱਚੇ ਆਚਰਣ ਨੂੰ ਹੀ ਕਾਰਾਂ ਬਣਾ ਲੈ। ਨਾਵਣ ਨਾਉ ਜਪੇਹੀ, ਕਹਿੰਦੇ ਜਿਹੜਾ ਤੇਰਾ ਨਾਵਣ, ਉਸ ਅਕਾਲ ਪੁਰਖ ਦਾ ਜਿਹੜਾ ਨਾਮ ਹੈ, ਜਿਹੜਾ ਉਹ ਇਨਸਾਨੀਅਤ ਦਾ ਗੁਣ ਸਾਰਿਆਂ ਦੇ ਅੰਦਰ, ਉਸ ਅਕਾਲ ਪੁਰਖ ਨੂੰ ਦੇਖਣ ਦੇ ਜਿਹੜੇ ਗੁਰੂ ਸਾਹਿਬ ਗੱਲ ਕਰਦੇ ਨੇ ਕਿ ਸਾਰਿਆਂ ਅੰਦਰ ਉਹ ਅਕਾਲ ਪੁਰਖ ਦੀ ਜੋਤ ਹੈ, ਸਾਰਿਆਂ ਅੰਦਰ ਇੱਕੋ ਹੀ ਹੈ ਉਹ। ਜੇ ਤੂੰ ਹੋਰ ਕਿਤੋਂ ਰੱਬ ਲੱਭਦਾ ਹੈ, ਉਹ ਸਿਰਫ ਤੇ ਸਿਰਫ ਤੇਰੇ ਮਨ ਦਾ ਵਹਿਮ ਹੈ, ਹੋਰ ਕੁਛ ਨਹੀਂ। ਜੇ ਤੂੰ ਆਪਣੇ ਅੰਦਰ ਹੀ ਇੱਕ ਤੀਰਥ ਨੂੰ ਆਜ਼ਾਦ ਕਰਨਾ ਚਾਹੁੰਦਾ ਹੈ, ਬਾਹਰਲੇ ਤੀਰਥਾਂ ਤੇ ਭੌਂਦਾ ਫਿਰਦਾ ਹੈ, ਗੁਰੂ ਸਾਹਿਬ ਕਹਿੰਦੇ ਆਪਣੇ ਅੰਦਰ ਹੀ ਜੇ ਤੂੰ ਉਸ ਤੀਰਥ ਨੂੰ ਬਣਾਉਣਾ ਚਾਹੁੰਦਾ ਹੈ, ਤਾਂ ਉਸ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜ ਕੇ ਸਾਰਿਆਂ ਦੇ ਨਾਲ ਪਿਆਰ ਕਰਿਆ ਕਰ। ਸਮਝ ਸਾਰੀ ਇਨਸਾਨੀਅਤ ਨੂੰ, ਕਿਉਂਕਿ ਖਾਲਕ ਮੈਂ, ਖਲਕ ਵਸੈ ਰੱਬ ਮਾਹੀ। ਜਿਹੜੀ ਖਲਕਤ ਹੈ, ਖਾਲਕ ਖਲਕ ਦੇ ਵਿੱਚ ਹੈ, ਖਲਕਤ ਦੇ ਵਿੱਚ ਉਹ ਰੱਬ ਵਸਦਾ ਹੈ, ਤੇ ਸਾਰੀ
ਖਲਕਤ ਉਸ ਰੱਬ ਦਾ ਹੀ ਰੂਪ ਹੈ। ਸੋ ਗੁਰੂ ਸਾਹਿਬ ਅੱਜ ਦੇ ਪਾਵਰ ਮੁੱਖ ਵਾਕ ਦੇ ਵਿੱਚ ਇਹੀ ਗੱਲ ਸਮਝਾਉਣ ਦਾ ਯਤਨ ਕਰਦੇ ਨੇ, ਪਿਆਰਿਆ, ਜੇਕਰ ਤੂੰ ਧਰਮੀ ਬਣਨਾ ਚਾਹੁੰਦਾ ਹੈ, ਇਫ ਯੂ ਵਾਂਟ ਟੂ ਬਿਕਮ ਰਿਲੀਜੀਅਸ ਪਰਸਨ in the real meaning, then you will have to follow the path of Guru Nanak Sahib, which is the real path to meet with God. ਗੁਰੂ ਸਾਹਿਬ ਇਹੋ ਗੱਲ ਸਮਝਾਉਂਦੇ ਨੇ ਕਿ ਨਾਨਕ ਅੱਗੇ ਉਤਮ ਸਈ ਜੇ ਪਾਪਾਂ ਪੰਧ ਨਾ ਦੇਹੀ, ਕਿ ਜਿਹੜੇ ਤੇਰੀ ਮਤ ਹੈ ਉਹਨੂੰ ਉੱਤਮ ਬਣਾ ਲੈ ਤੇ ਜਿਹੜੇ ਪਾਪ ਨੇ ਉਹਨਾਂ ਨੂੰ ਰਾਹ ਨਾ ਦੇ। ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਦੀ ਜਿਹੜੀ ਭਗਤੀ ਹੈ, ਉਹ ਭਗਤੀ ਕੀ ਹੈ, ਉਹ ਵੀ ਆਪਾਂ ਅਗਲੇਰੇ ਦਿਨਾਂ ਦੇ ਵਿੱਚ ਜਿਹੜੀ ਵਿਚਾਰ ਕਰਾਂਗੇ, ਉਹਦੇ ਵਿੱਚ ਥੋੜਾ ਜਿਹਾ ਡਿਟੇਲ ਦੇ ਨਾਲ ਇਹ ਵਿਸ਼ੇ ਨੂੰ ਖੋਲ ਕੇ ਸਮਝਣ ਦਾ ਯਤਨ ਕਰਾਂਗੇ। ਸੋ ਅੱਜ ਜਿਹੜਾ ਸਮਾਂ ਹੈ ਉਹ ਪੂਰਾ ਹੋ ਚੁੱਕਾ ਹੈ। ਘੱਟ ਸਮੇਂ ਦੇ ਹੋਣ ਦੇ ਕਾਰਨ ਆਪਾਂ ਇਹ ਵਿਚਾਰ ਜਿਹੜੀ ਹੈ ਗੁਰਸ਼ਬਦ ਦੀ ਆਪਾਂ ਇੱਥੇ ਹੀ ਸੰਪੂਰਨ ਕਰਦੇ ਹਾਂ। ਜਿਹੜੀ ਆਪਾਂ ਗੱਲ ਕਰਾਂਗੇ ਕਿ ਕਰਮਾਂ ਦੀ ਜਾਂ ਹੋਰ ਜਿਹੜੇ ਵੀ ਵਿਸ਼ੇ ਨੇ, ਹੌਲੀ ਹੌਲੀ ਕਰਕੇ ਆਪਾਂ ਅਗਲੇਰੇ ਦਿਨਾਂ ਦੇ ਵਿੱਚ ਆਪਾਂ ਸੰਗਤਾਂ ਦੇ ਸਾਹਮਣੇ ਵਿਚਾਰਦੇ ਜਾਵਾਂਗੇ। ਤੁਹਾਡੇ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਵਿਚਾਰ ਦਾ ਸਿਲਸਿਲਾ ਹੈ ਆਪਾਂ ਇਸੇ ਤਰ੍ਹਾਂ ਹੀ ਅੱਗੇ ਤੋਰਦੇ ਰਹਿਣਾ ਹੈ। ਸੋ ਅੱਜ ਦੀ ਜਿਹੜੀ ਵਿਚਾਰ ਹੈ, ਸਤਿਗੁਰੂ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਆਪ ਸਭ ਭਾਗਾਂ ਵਾਲੇ ਹੋ ਜਿਹੜੇ ਘਰਾਂ ਦੇ ਵਿੱਚ ਬਹਿ ਕੇ ਇਸ ਮਾਧਿਅਮ ਦੇ ਰਾਹੀਂ ਫਾਇਦਾ ਲੈ ਰਹੇ ਹੋ। ਗੁਰਬਾਣੀ ਨੂੰ ਆਪ ਪੜ੍ਹੀਏ, ਵਿਚਾਰੀਏ, ਸਮਝੀਏ ਤੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ। ਸੋ ਗੁਰੂ ਕੇ ਸਾਧ ਸੰਗਤ ਜੀ, ਬਚਨ ਗੁਰੂ ਕੇ, ਗਲਤੀਆਂ ਦਾਸ ਦੀਆਂ, ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਅੰਤ ਦੇ ਵਿੱਚ ਸਾਰੇ ਹੀ ਗੱਜ ਕੇ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।